जी प्यारे विद्यार्थियों, in the first lecture we have studied about crystal lattice। ਤੇ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਕ੍ਰਿਸਟਲ ਲੈਟਿਸ ਜਿਹੜਾ ਹੈ ਉਹ ਕਲਾਸ ਦੇ ਵਿੱਚ ਜਿਵੇਂ ਖਾਲੀ ਬੈਂਚ ਨੇ ਉਹਨਾਂ ਦੀ ਤਰ੍ਹਾਂ ਹੁੰਦਾ ਹੈ। ਵੈਲ ਡਿਫਾਈਨਡ ਅਰੇਂਜਮੈਂਟ ਇਨ 3 ਡਾਇਮੈਂਸ਼ਨਲ ਸਪੇਸ ਕਿ ਜਿਸ ਵੀ ਡਾਇਰੈਕਸ਼ਨ ਦੇ ਵਿੱਚ ਜਾਈਏ ਆਇਡੈਂਟੀਕਲ ਸਰਾਊਂਡਿੰਗ ਮਿਲੂਗੀ, ਤੁਹਾਨੂੰ ਇੱਕੋ ਜਿਹਾ ਆਲਾ ਦੁਆਲਾ ਮਿਲੂਗਾ। ਤਾਂ ਕਲਾਸ ਦੇ ਵਿੱਚ ਮੰਨ ਲਓ ਇਸ ਤਰੀਕੇ ਨਾਲ ਬੈਂਚ ਨੇ ਕਿ ਉਹ ਇੱਕ ਤਰਤੀਬ ਦੇ ਵਿੱਚ ਨੇ, ਇੱਕ ਬੈਂਚ ਦੀ ਦੂਸਰੇ ਬੈਂਚ ਤੋਂ ਦੂਰੀ ਜਿਹੜੀ ਆ ਉਹ ਬਰਾਬਰ ਹੈ, ਤਾਂ ਉਹ ਖਾਲੀ ਥਾਵਾਂ ਨੇ। ਤੇ ਉਹ ਖਾਲੀ ਥਾਵਾਂ ਦੇ ਵਿੱਚ ਕ੍ਰਿਸਟਲ ਸਟਰਕਚਰ ਬਣਾਉਣ ਦੇ ਲਈ ਉਹ ਖਾਲੀ ਥਾਵਾਂ ਤੇ ਅਸੀਂ ਐਟਮਸ ਨੂੰ ਫਿਕਸ ਕਰਨਾ ਹੈ। ਤੇ ਉਹ ਐਟਮਸ ਦੀ ਅਸੈਂਬਲੀ ਨੂੰ ਬੋਲਦੇ ਆ ਬੇਸਿਸ। बेसिस है, इट इज द असेंबली ऑफ एटम्स। और आयंस और मॉलिक्यूल्स। एटम्स, आयंस, मॉलिक्यूल्स दी असेंबली नूं असी बेसिस बोलते हैं, ਜਿਹੜੀ ਕਿ ਰਿਪੀਟ ਕਰਦੀ ਹੈ, ਵਿਚ ਇਜ਼ ਰਿਪੀਟਡ ਓਵਰ ਐਂਡ ਓਵਰ in 3-dimensional space to generate a crystal structure। ਹੁਣ ਜੇਕਰ ਇਸੇ ਚੀਜ਼ ਨੂੰ ਆਪਾਂ ਇੱਕ ਡਾਇਗਰਾਮ ਦੀ ਹੈਲਪ ਦੇ ਨਾਲ ਸ਼ੋਅ ਕਰੀਏ, ਲੈਟਿਸ ਜੋ ਕਿ ਆਪਾਂ ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ, ਇਹ 2 ਡਾਇਮੈਂਸ਼ਨਲ ਬਣਾ ਰਹੇ ਹਾਂ ਆਪਾਂ। 3 ਡਾਇਮੈਂਸ਼ਨਲ ਬਣਾਉਣਾ ਥੋੜਾ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਗੱਲ ਉਹੀ ਹੈ, 2 ਡਾਇਮੈਂਸ਼ਨਲ 3 ਡਾਇਮੈਂਸ਼ਨਲ ਦੇ ਵਿੱਚ ਲੈਟਿਸ ਹੁੰਦੀ ਹੈ ਅਸੈਂਬਲੀ ਆਫ ਪੁਆਇੰਟਸ। ਲੈਟਿਸ ਇਜ਼ ਏ ਅਸੈਂਬਲੀ ਆਫ ਪੁਆਇੰਟਸ ਵਿਚ ਇਜ਼ ਆਇਡੈਂਟੀਕਲ ਇਨ ਆਲ ਡਾਇਰੈਕਸ਼ਨਸ। ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਬਿਲਕੁਲ ਆਇਡੈਂਟੀਕਲ ਹੁੰਦੀ ਹੈ। ਤੇ ਇਹਦੇ ਵਿੱਚ ਅਸੀਂ ਮਰਜ ਕਰਨਾ ਹੈ ਬੇਸਿਸ। ਬੇਸਿਸ ਕੀ ਹੈ? ਬੇਸਿਸ ਹੈ ਇੱਕ ਐਟਮ। ਤੇ ਜਦੋਂ ਅਸੀਂ ਲੈਟਿਸ ਤੇ ਬੇਸਿਸ ਨੂੰ ਮਰਜ ਕਰ ਦਿੰਨੇ ਆ, ਸਾਨੂੰ ਮਿਲਦਾ ਕ੍ਰਿਸਟਲ ਸਟਰਕਚਰ। ਤਾਂ ਲੈਟਿਸ ਜਿਹੜੇ ਹੈ ਇਹ ਇੱਕ ਤਰ੍ਹਾਂ ਦੇ ਖਾਲੀ ਬੈਂਚ ਨੇ ਤੁਹਾਡੀ ਕਲਾਸ ਦੇ ਵਿੱਚ। ਬੇਸਿਸ ਜਿਹੜੇ ਨੇ ਇਹ ਐਟਮਸ ਨੇ, ਮਤਲਬ ਸਟੂਡੈਂਟਸ ਨੇ ਕਲਾਸ ਦੇ। ਐਟਮ ਤੇ ਸਟੂਡੈਂਟਸ ਵਿੱਚ ਇੱਕੋ ਹੀ ਫਰਕ ਹੈ, ਸਟੂਡੈਂਟਸ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ, ਪਰ ਕ੍ਰਿਸਟਲ ਸਟਰਕਚਰ ਦੇ ਵਿੱਚ ਜਿਹੜੇ ਐਟਮਸ ਨੇ ਇਹ ਆਇਡੈਂਟੀਕਲ ਹੁੰਦੇ ਨੇ। ਤਾਂ ਹੁਣ ਅਸੀਂ ਇਹ ਐਟਮਸ ਨੂੰ ਲੈਟਿਸ ਪੋਜੀਸ਼ਨਸ ਦੇ ਉੱਪਰ ਰੱਖ ਦੇਣਾ। ਤੇ ਇਹ ਸਾਡਾ ਕ੍ਰਿਸਟਲ ਸਟਰਕਚਰ ਬਣ ਗਿਆ। ਤਾਂ ਜਿਵੇਂ ਆਪਾਂ ਕਲਾਸ ਦੇ ਵਿੱਚ ਬੈਂਚ ਦੇ ਉੱਪਰ ਜਦੋਂ ਸਟੂਡੈਂਟ ਬੈਠ ਜਾਂਦੇ ਨੇ ਤਾਂ ਪੂਰੀ ਕਲਾਸ ਬਣ ਜਾਂਦੀ ਹੈ, ਬਿਲਕੁਲ ਉਸੇ ਤਰੀਕੇ ਦੇ ਨਾਲ ਲੈਟਿਸ ਪੁਆਇੰਟਸ ਦੇ ਉੱਪਰ ਅਸੀਂ ਐਟਮਸ ਨੂੰ ਪਲੇਸ ਕਰੀ ਜਾ ਰਹੇ ਹਾਂ ਤੇ ਇਹਦੇ ਨਾਲ ਸਾਡਾ ਪੂਰਨ ਕ੍ਰਿਸਟਲ ਸਟਰਕਚਰ ਬਣ ਜਾਣਾ। ਐਟਮਸ, ਮੋਲੀਕਿਊਲਸ, ਆਇਨਸ, ਇਹਨਾਂ ਵਿੱਚ ਜਿਹੜੀ ਦੂਰੀ ਹੈ ਇਹ ਬਰਾਬਰ ਰਹਿਣੀ ਚਾਹੀਦੀ ਹੈ, ਇਹਨੂੰ ਤੁਸੀਂ ਚੇਂਜ ਨਹੀਂ ਕਰਨਾ। ਇਹ ਰਿਪੀਟ ਹੋ ਰਹੀ ਹੈ 3 ਡਾਇਮੈਂਸ਼ਨਲ ਸਪੇਸ ਦੇ ਵਿੱਚ ਬਾਰੀ-ਬਾਰੀ, ਤੇ ਰਿਪੀਟ ਹੋਣ ਦੇ ਨਾਲ ਐਂਡ ਦੇ ਵਿੱਚ ਸਾਨੂੰ ਕ੍ਰਿਸਟਲ ਸਟਰਕਚਰ ਮਿਲ ਜਾਂਦਾ ਹੈ। Next topic is unit cell।
यूनिट सैल, यूनिट सैल एक छोटी तो छोटी ਜਿਓਮੈਟ੍ਰੀਕਲ ਫਿਗਰ ਹੈ ਜਿਹੜੀ ਕਿ ਕ੍ਰਿਸਟਲ ਸਟਰਕਚਰ ਦੇ ਵਿੱਚ ਵਾਰੀ-ਵਾਰੀ ਖੁਦ ਨੂੰ ਰਿਪੀਟ ਕਰਦੀ ਹੈ, ਤੇ ਜੇ ਅਸੀਂ ਉਹਨੂੰ ਵਾਰੀ-ਵਾਰੀ ਰਿਪੀਟ ਕਰੀ ਜਾਈਏ ਤਾਂ ਐਂਡ 'ਚ ਸਾਨੂੰ ਕ੍ਰਿਸਟਲ ਸਟਰਕਚਰ ਮਿਲ ਜਾਂਦਾ ਹੈ। So it is defined as the smallest geometrical figure which is repeating itself in a three-dimensional network and finally produces a crystal structure. यूनिट सैल एक क्रिस्टल स्ट्रक्चर दे विच स्मॉलेस्ट बहुत ही छोटी जियोमैट्रिकल फिगर है, ये किसी भी शेप की हो सकती है जो कि स्ट्रक्चर दे विच बारी बारी रिपीट होंदी है ते जिहदे नाल सानू फाइनली क्रिस्टल स्ट्रक्चर मिल जाता है। इसनू भी मैं तुहानू एक डायग्राम की हैल्प नाल समझाउण की कोशिश करदा। ये जो असैंबली ऑफ पॉइंट्स है इसनू तुसी मान लेना कि दिस इज़ ए क्रिस्टल स्ट्रक्चर। अच्छी डायग्राम बनाने दे लई तुसी एक गल इंश्योर करनी है कि ये जिहड़े तुहाडे एटम्स ने इन द क्रिस्टल स्ट्रक्चर ये इक्वली स्पेस्ड होने चाहिए ने इन ऑल डायरैक्शनस, तां ही तुहाडा वैल डिफाइंड अरेंजमेंट बनेगा। तो मैं कोशिश कर रहा कि डायग्राम जिहड़ी है वो इस तरीके की बने। हाँ जी, सो बेटा क्रिस्टल स्ट्रक्चर साडा बन गया है, तो ये असी हुण यूनिट सैल नूं डिपिक्ट करना है। सो दिस इज़ माई फर्स्ट यूनिट सैल। इनू तुसी सारे क्रिस्टल दे विच बारी बारी रिपीट कर दो, तुहाडा क्रिस्टल स्ट्रक्चर बन जाऊगा। इन ऑल डायरेक्शंस। तो ये जो छोटा पोर्शन बनया है दिस इज कॉल्ड यूनिट सेल ऑफ द टोटल असेंबली। इस तरह का भी बेटा यूनिट सैल बना सकते हो तुसी, लाइक दिस। It is again repeating and repeating over and over, and finally a crystal structure is formed. इस तरह का भी बना सकते हो। देखो सारे एटम्स ऑक्यूपाई करने ने, कोई छड्डना नहीं, तो इनू तुसी बारी बारी रिपीट करी जाना, तो फाइनली तुहाडे लवे पूरा क्रिस्टल स्ट्रक्चर बन के तैयार हो जाऊगा। तो दोबारा तो आ तीन तरह के मैं तुहानू बना के दिखाए, होर भी कई तरह के ये तुसी बना सकते हो इस तरीके नाल रैक्टेंगल की शेप का। नैक्सट टॉपिक इज प्रिमिटिव सैल। ये भी एक यूनिट सैल ही है, इट इज़ ए काइंड ऑफ यूनिट सैल। ये भी एक यूनिट सैल की तरह ही है, पर इसकी खासियत की है, विच कंटेन्स एटम एट इट्स कॉर्नर्स।
ਐਟਮ ਜਿਹੜੇ ਨੇ ਇਹਦੇ ਸਿਰਫ ਕਾਰਨਰ ਤੇ ਹੀ ਹੋਣੇ ਚਾਹੀਦੇ ਨੇ ਐਂਡ ਸ਼ੁੱਡ ਹੈਵ ਮਿਨੀਮਮ ਵੋਲਿਊਮ। ਇਹ ਦੀ ਸ਼ਰਤ ਹੈ, ਇਹਦਾ ਜਿਹੜਾ ਵੋਲਿਊਮ ਹੈ ਉਹ ਮਿਨੀਮਮ ਹੋਣਾ ਚਾਹੀਦਾ। ਪ੍ਰਿਮਿਟਿਵ ਸੈੱਲ ਬਣਾਉਣ ਦਾ ਇੱਕ ਮੈਥਡ ਹੈ ਤੇ ਉਸ ਮੈਥਡ ਨਾਲ ਬਣੇ ਪ੍ਰਿਮਿਟਿਵ ਸੈੱਲ ਨੂੰ ਬੋਲਦੇ ਨੇ ਵਿਗਨਰ ਸ਼ੀਟਸ ਸੈੱਲ। ਇਹ ਮੈਥਡ ਕੀ ਕਹਿੰਦਾ ਹੈ, ਇਹਦੇ ਪ੍ਰਿਮਿਟਿਵ ਸੈੱਲ ਬਣਾਉਣ ਦੇ ਕੁਝ ਤਰੀਕੇ ਨੇ, ਸਟੈਪਸ ਨੇ। ਤਾਂ ਪਹਿਲਾ ਸਟੈਪ ਕੀ ਕਹਿੰਦਾ ਹੈ, ਕਹਿੰਦਾ ਜੀ ਤੁਸੀਂ ਲੈਟਿਸ ਪੁਆਇੰਟਸ ਸਿਲੈਕਟ ਕਰ ਲਓ। ਲੈਟਿਸ ਪੁਆਇੰਟਸ ਸਿਲੈਕਟ ਕਰ ਲਓ। ਆਹ ਵਾਲੇ ਲੈਟਿਸ ਪੁਆਇੰਟਸ ਜਿਹੜੇ ਨੇ ਇਹ ਆਪਾਂ ਸਿਲੈਕਟ ਕਰ ਲਏ ਕ੍ਰਿਸਟਲ ਸਟਰਕਚਰ ਦੇ ਵਿੱਚ। Select the lattice points. नेड़े नेड़े वाले करने ने। फिर की करो, draw the lines to connect them. Draw the lines to connect them. उन्हां नूं आपस च जोड़न लई लाइनां ड्रॉ कर दो। नेड़े नेड़े वाले लैटिस पॉइंट्स लेने ने, उन्हां नूं आपस दे विच जोड़ दो। फिर की करो, परपेंडिकुलर बाइसेक्टर ड्रॉ करो। इन्हां दे ड्रॉ परपेंडिकुलर बाइसेक्टर्स। इन्हां दे परपेंडिकुलर बाइसेक्टर ड्रॉ करो। इस पोर्शन दा परपेंडिकुलर बाइसेक्टर ए दे बराबर है। ऐदां ही इस पोर्शन दा इत्थे तो इत्थे तक फिर इहदा फिर इहदा फिर इधरों फिर इधर फिर इधर फिर इधर सारियां दे आपां परपेंडिकुलर बाइसेक्टर बनाए। तो ये जो पोर्शन बनया ये वाला जो पोर्शन बनया ये न्यू प्रिमिटिव सेल है। दिस इज ए प्रिमिटिव सेल ऑफ मिनिमम वॉल्यूम। इसनूं बोलते हैं विगनर शीट्स सेल। नेक्स्ट टॉपिक है लैटिस पैरामीटर्स ऑफ ए यूनिट सेल। लैटिस पैरामीटर्स of a unit cell। तीन पैरामीटर होंगे है यूनिट सैल दे। पहला क्रिस्टोग्राफिक एक्सिस,
दूसरा इंटरफेशियल एंगल्स, तीसरा प्रिमिटिव्स, क्रिस्टोग्राफिक एक्सिस, इंटरफेशियल एंगल्स, प्रिमिटिव्स। तो ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਂਦਾ ਹੈ, ਸਾਨੂੰ ਇੱਕ ਯੂਨਿਟ ਸੈੱਲ ਲੈਣਾ ਪੈਂਦਾ ਹੈ, ਸਪੋਜ਼ ਕਰਨਾ ਪੈਂਦਾ ਹੈ, ਇੱਕ ਯੂਨਿਟ ਸੈੱਲ ਅਸਿਊਮ ਕਰਨਾ ਪੈਂਦਾ ਹੈ। ਮੰਨ ਲਓ ਇਹ ਸਾਡਾ ਇੱਕ ਯੂਨਿਟ ਸੈੱਲ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ 3D ਦੇ ਵਿੱਚ, ਤੇ ਇਹਦੀ ਸ਼ੇਪ क्यूबॉइडल शेप है। लैटिस पैरामीटर्स किसी यूनिट सैल ਲਈ ड्रॉ ਕੀਤੇ ਜਾਂਦੇ ਆ। ਤੇ ਕ੍ਰਿਸਟੋਗ੍ਰਾਫਿਕ ਐਕਸਿਸ ਕੀ ਹੁੰਦੀਆਂ ਨੇ? ਕ੍ਰਿਸਟੋਗ੍ਰਾਫਿਕ ਐਕਸਿਸ ਹੁੰਦੀਆਂ ਨੇ ਲਾਈਨਸ drawn parallel to the lines of intersection of any of the three faces, कोई मर्जी तीन फेस ले लो, वो कित्थे इंटरसैक्ट करते हैं ऑफ ए यूनिट सैल, उन्हां दे पैरेलल लाइनस ड्रॉ कर देनियां ने, उन्हां नूं असीं क्रिस्टोग्राफिक एक्सिस बोलते हैं। हुण आपां ड्रॉ करते हैं, देखो तीन फेस ले लो, एक नीचे वाला, एक लैफ्ट वाला, एक पिछे वाला, एक तां आ वाला, एक आ वाला फेस ले लो, एक आ वाला ले लो। ये असीं तीन फेस सिलेक्ट कर लिया, तुहानूं विजुअलाइज हो गए होणगे। हुण आपां ये फेसिस दे इंटरसैक्शन ते एक तां आ वाली एक्सिस बनती है, एक ए वाली एक्सिस बनती है, एक ए वाली एक्सिस बनती है। तीन एक्सिस असीं ड्रॉ करतियां ने, एक्स एक्सिस, वाई एक्सिस, Z एक्सिस, इहनूं असीं ओरिजिन बोलता, ते ये साडा क्रिस्टोग्राफिक एक्सिस है। जेकर आप फेस इंटरसैक्शन की गल करिए तो तुहानूं समझ आ जाएगा, एक नंबर ते दो नंबर जिहड़ा है वो इत्थे इंटरसैक्ट कर रहा है, आ वाला ते आ वाला जिहड़ा है वो इत्थे इंटरसैक्ट कर रहा है, इत्थे इंटरसैक्ट करन वाला ए वाले फेसिस ने। ते जिस लाइनस ते इंटरसैक्ट करते हैं फेसिस, उन्हां नूं एक्सटेंड कर दईए, जो एक्सिस बनदियां ने उन्हां नूं बोलदे ने क्रिस्टोग्राफिक एक्सिस। ਤੇ ਇਹਨਾਂ ਵਿੱਚ ਜਿਹੜੇ ਐਂਗਲਸ ਨੇ ਉਹਨਾਂ ਨੂੰ ਬੋਲਦੇ ਨੇ ਇੰਟਰਫੇਸ਼ੀਅਲ ਐਂਗਲਸ, ਐਂਗਲਸ ਬਿਟਵੀਨ ਦਾ ਕ੍ਰਿਸਟੋਗ੍ਰਾਫਿਕ ਐਕਸਿਸ are called interfacial angles। इन्हां दे विच जिहड़े एंगल ने उन्हां नूं बोलदे ने इंटरफेशियल एंगल्स। जिवें इहनूं कह दो अल्फा, इहनूं बीटा, इहनूं गामा। इस पर्टिकुलर केस 'च तीनों 90 डिग्री ने, पर नैक्सट लैक्चर दे विच आपां पढ़ांगे इन्हां दी वैल्यू किन्नी भी हो सकदी है। नैक्सट प्रिमिटिव्स। प्रिमिटिव्स ने ये यूनिट सैल किन्नी लेंथ तो बने हुए ने, आ वाली साइड, ए वाली साइड, ए वाली साइड। लेंथ ऑफ द साइड्स ऑफ यूनिट सेल्स आर कॉल्ड primitives। The three sides of a unit cell are called
primitives। ਇਹਨਾਂ ਦਾ ਨੋਮਨਕਲੇਚਰ ਹੈ, ਇਹਨੂੰ ਅਸੀਂ A ਕਹਿ ਦਿੰਦੇ ਆ, ਇਹਨੂੰ B, ਇਹਨੂੰ C। ਸੋ ਬੇਟਾ this is about the lattice parameters। ਸੋ ਅੱਜ ਦੇ ਲੈਕਚਰ ਵਿੱਚ ਆਪਾਂ ਪੜ੍ਹਿਆ ਕ੍ਰਿਸਟਲ ਸਟਰਕਚਰ, ਬੇਸਿਸ, ਯੂਨਿਟ ਸੈੱਲ, ਸਭ ਤੋਂ ਘੱਟ ਵੋਲਿਊਮ ਵਾਲਾ ਯੂਨਿਟ ਸੈੱਲ ਵਿਗਨਰ ਸ਼ੀਟ ਸੈੱਲ, ਤੇ ਲੈਟਿਸ ਪੈਰਾਮੀਟਰਸ ਆਫ ਦਾ ਯੂਨਿਟ ਸੈੱਲ। ਅੱਛੀ ਤਰ੍ਹਾਂ ਇਹਨੂੰ ਪੜ੍ਹਨਾ ਹੈ ਤੇ ਕੱਲ ਫਿਰ ਆਪਾਂ ਨੈਕਸਟ ਲੈਕਚਰ ਦੇ ਵਿੱਚ ਦੁਬਾਰਾ